ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਦੀ ਆੜ ਵਿੱਚ ਕਿਸਾਨ ਅੰਦੋਲਨ ਤੇ ਅੱਖ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਬਰੂਹਾਂ ਤੇ ਪਿਛਲੇ 4.5 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਸਾਨ ਅੰਦੋਲਨ ਚੱਲ ਰਿਹਾ ਹੈ। ਜੇਕਰ ਗੱਲ ਕਰੀਏ, ਪਹਿਲਾਂ ਵੀ ਕੇਂਦਰ ਸਰਕਾਰ ਕਈ ਵਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਈ ਪੈਂਤੜੇ ਖੇਡ ਚੁੱਕੀ ਹੈ ਤੇ ਹੁਣ ਜਿਹੜਾ ਹੈਗਾ ਕਰੋਨਾ ਦੇ ਨਾਂ 'ਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾ ਰਹੀ ਹੈ। ਜਿਵੇਂ ਇਸ ਅੰਦੋਲਨ 'ਚ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੇ ਕੋਈ ਮੁੱਢਲੀ ਸਹੂਲਤਾਂ ਮੁਹੱਈਆ ਕਰਾਉਣ ਦੀ ਥਾਂ 'ਤੇ ਜਿਵੇਂ ਦੀ ਪਾਬੰਦੀਆਂ ਲਾ ਰਹੀ ਹੈ, ਇੰਜ ਲੱਗ ਰਿਹਾ ਜਿਵੇਂ ਸਰਕਾਰ ਕਰੋਨਾ ਦੀ ਆੜ ਵਿੱਚ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ। ਤੁਸੀਂ ਸਰਕਾਰ ਦੀ ਇਸ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਕਾਫੀ ਸਮੇਂ ਤੋਂ ਇੱਕ ਮਾਹੌਲ ਇਹੋ ਜਿਹਾ ਬਣਾਇਆ ਜਾ ਰਿਹਾ। ਪਹਿਲਾਂ ਵੀ ਸ਼ੁਰੂ 'ਚ ਬਣਾਇਆ ਸੀ, ਜਦੋਂ ਸਟਾਰਟ ਸੀ ਪਿਛਲੇ ਸਾਲ ਜੀ, ਮਾਰਚ ਦੇ ਮਹੀਨੇ ਦੇ ਵਿੱਚ। ਉਦੋਂ ਇਸੇ ਇੱਕ ਪ੍ਰਚਾਰ ਦੇ ਤਹਿਤ ਇੱਕ ਪਹਿਲਾਂ ਵਾਲਾ ਵੱਡਾ ਅੰਦੋਲਨ ਜਿਹੜਾ ਸ਼ਾਹੀਨ ਬਾਗ ਦਾ ਅੰਦੋਲਨ ਸੀ, ਉਹ 101 ਦਿਨ ਬਾਅਦ ਉਠਾ ਦਿੱਤਾ ਗਿਆ ਸੀ ਕਿਉਂਕਿ ਕਰੋਨਾ ਆ ਗਿਆ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਤਾਂ ਜੀ ਜੇ ਤੁਸੀਂ ਕਹੋਗੇ ਜਿਹੜੀ ਸਰੀਰਕ ਦੂਰੀ ਹੈ 6 ਫੁੱਟ ਉਹ ਵੀ ਰੱਖ ਲਾਂਗੇ, ਸਿੰਬੋਲਿਕ ਤੌਰ 'ਤੇ ਬੈਠਣ ਦਿਓ। ਪਰ ਕਿਉਂਕਿ ਸਰਕਾਰ ਦੀ ਮਨਸ਼ਾ ਸੀ ਕਿ ਪੁਲਿਸ ਗਈ ਤੇ ਹਟਾਤਾ। ਪਰ ਉਹ ਅੰਦੋਲਨ ਦਾ ਸਾਈਜ਼ ਜਿਹੜਾ ਸੀ ਉਹ ਓਡਾ ਵੱਡਾ ਨਹੀਂ ਸੀ। ਬੰਦੇ ਉੱਥੇ ਖਾਸ ਉਹਦੇ 'ਚ ਛੋੜੇ ਬੈਠੇ ਸੀਗੇ ਔਰ ਆਲੇ ਦੁਆਲੇ ਚਾਹੇ ਉਹਦਾ ਅਸਰ ਬਹੁਤ ਵੱਡਾ ਸੀ। ਪਰ ਇਸ ਅੰਦੋਲਨ ਦਾ ਸਾਈਜ਼ ਹੈ ਜਿਹੜਾ ਉਹ ਕਾਫੀ ਵੱਡਾ ਹੈ ਜਿਹੜਾ। ਔਰ ਇਹ ਇਕੱਲਾ ਅੰਦੋਲਨ ਮਤਲਬ ਦਿੱਲੀ ਦੀਆਂ ਬਰੂਹਾਂ ਤੱਕ ਨਹੀਂ ਹੈ। ਇਹ ਹਰ ਰੋਜ਼ ਹਰਿਆਣੇ 'ਚ ਕਿਸੇ ਨਾ ਕਿਸੇ ਆਗੂ ਨਾਲ ਵਾਪਰ ਰਿਹਾ। ਕੋਈ ਗਲੀਆਂ 'ਚ ਭੱਜ ਰਿਹਾ, ਕਿਸੇ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਜਾ ਰਿਹਾ, ਕਿਸੇ ਦਾ ਕੁਛ ਹੈ। ਪੰਜਾਬ ਦੇ ਵਿੱਚ ਵੀ ਮਹਾਂ ਪੰਚਾਇਤਾਂ ਹੋ ਰਹੀਆਂ ਨੇ। ਅੱਜ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਈ ਹੈ, ਕੱਲ੍ਹ ਨੂੰ ਇੱਕ ਹੋਰ ਹੈ। ਲਗਾਤਾਰ ਇਹ ਜਿਹੜੀਆਂ ਇੱਥੇ ਹੋ ਰਹੀਆਂ ਨੇ, ਪੂਰੇ ਬਾਕੀ ਦੇ ਸੂਬਿਆਂ ਦੇ ਵਿੱਚ ਵੀ ਉਹ ਜਿਹੜਾ ਮਾਹੌਲ ਉਸ ਲੈਵਲ 'ਤੇ ਬਣ ਰਿਹਾ। ਹੁਣ ਸਵਾਲ ਇਹ ਹੈ ਕਿ ਜੇ ਤਾਂ ਗੌਰਮੈਂਟ ਇਸੇ ਨਾਂ 'ਤੇ ਹੀ ਇਹੀ ਹੈ ਕਿ ਜੇ ਆਪਾਂ ਕਰੋਨਾ 'ਚ ਉਠਾਉਣਾ ਹੈ ਤਾਂ ਕਰੋਨਾ ਤੋਂ ਬੰਦਿਆਂ ਨੂੰ ਉਠਾਉਣ ਦਾ ਤਰੀਕਾ ਇਹ ਵੀ ਹੋ ਸਕਦਾ ਕਿ ਗੱਲਬਾਤ ਲਈ ਸੱਦੋ ਤੁਸੀਂ ਬੰਦਿਆਂ ਨੂੰ। ਕਿਸਾਨ ਆਗੂਆਂ ਨੂੰ ਅੱਜ ਤੱਕ ਗੱਲਬਾਤ ਲਈ ਤਾਂ ਤੁਸੀਂ ਸੱਦ ਨਹੀਂ ਰਹੇ। ਇੱਕ ਪ੍ਰਚਾਰ ਮੁਹਿੰਮ ਚਲਾ ਰਹੇ ਹੋ ਕਿ ਕਰੋਨਾ ਦੇ ਕਰਕੇ ਚਲੇ ਜਾਓ, ਕਰੋਨਾ ਨਾਲ ਬੜਾ ਨੁਕਸਾਨ ਹੋ ਜਾਊਗਾ ਜਾਂ ਬਾਕੀ ਹੈ। ਔਰ ਜੇ ਇੰਨਾ ਹੀ ਸ਼ੱਕ ਤੁਸੀਂ ਕਹਿ ਰਹੇ ਹੋ ਕਿ ਜੀ ਕਰੋਨਾ ਨਾਲ ਹੋ ਜਾਊਗਾ, ਤਾਂ ਜਿੰਨੇ ਥਾਂ 'ਤੇ ਤੁਸੀਂ ਕਰੋਨਾ ਦੇ ਨੂੰ ਫੈਲਾਉਣ ਦੀਆਂ ਗੱਲਾਂ ਕਰ ਰਹੇ ਹੋ, ਜਿੱਥੇ ਤੁਸੀਂ ਵੱਡੀਆਂ ਰੈਲੀਆਂ ਕਰ ਰਹੇ ਹੋ, ਜਿੱਥੇ ਤੁਸੀਂ ਵੱਡੀਆਂ ਮੀਟਿੰਗਾਂ ਕਰ ਰਹੇ ਹੋ, ਜਿੱਥੇ ਤੁਸੀਂ ਧਾਰਮਿਕ ਇਕੱਠਾਂ ਨੂੰ ਮਤਲਬ ਪੂਰੀ ਇਜਾਜ਼ਤ ਦੇ ਰਹੇ ਹੋ, ਤਾਂ ਉਹਨਾਂ ਨੂੰ ਦੇਖ ਕੇ ਫਿਰ ਇਹ ਲੱਗਦਾ ਕਿ ਇਹ ਕਿਤੇ ਨਾ ਕਿਤੇ ਦੋਗਲਾ ਵਿਵਹਾਰ ਹੈ। ਜੀ, ਇੱਕ ਵਿਵਹਾਰ ਸੀਰੀਅਸ ਗੰਭੀਰ ਕਿਸਮ ਦੇ ਵਿਵਹਾਰ 'ਚੋਂ ਆਉਂਦਾ ਹੁੰਦਾ, ਚਿੰਤਾ 'ਚੋਂ ਆਉਂਦਾ ਹੁੰਦਾ। ਇਹਦੇ 'ਚੋਂ ਲੱਗਦਾ ਕਿ ਚਿੰਤਾ ਚੁੰਤਾ ਵਾਲੀ ਉਸ ਲੈਵਲ ਦੀ ਗੱਲ ਪ੍ਰੈਕਟਿਸ 'ਚੋਂ ਦਿਖਾਈ ਨਹੀਂ ਦੇ ਰਹੀ। ਜਦੋਂ ਮੇਨ ਟੀਮ ਜਿਹੜੀ ਹੈ ਤੁਹਾਡੀ, ਜਿਹਦੀ ਜ਼ਿੰਮੇਵਾਰੀ ਇਹਨਾਂ ਗੱਲਾਂ 'ਤੇ ਹੁੰਦੀ ਹੈ, ਉਹ ਖੁਦ ਨਹੀਂ ਇਸ ਗੱਲ ਨੂੰ ਮੰਨ ਰਹੀ। ਪਰ ਇਹ ਠੀਕ ਹੈ ਕਿ ਜਦੋਂ ਹੁਣ ਮੀਡੀਆ ਟੋਟਲ ਉੱਧਰ ਲੱਗ ਗਿਆ, ਸਰਕਾਰ ਦਾ ਹਰ ਬੰਦਾ ਕੇਵਲ ਇੱਧਰ ਲੱਗ ਗਿਆ, ਕਰੋਨਾ ਹੀ ਹੋ ਜਾਊਗਾ ਚਾਰ ਸਪੇਰੇ, ਇੱਕ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਇੱਕ ਪੈਦਾ ਕਰਨਾ ਸੁਭਾਵਿਕ ਹੈ ਕਿ ਆਮ ਬੰਦਾ ਤਾਂ ਡਰਦਾ ਹੀ ਹੈ ਉਸ ਮਾਮਲੇ 'ਚ। ਔਰ ਜਿੱਥੇ ਤੁਸੀਂ ਹੁਣ ਵੀਕਐਂਡ ਲਾਕਡਾਊਨ ਲਾਉਣ ਲੱਗ ਗਏ, ਦਿੱਲੀ ਚਲਾਤਾ, ਇੱਥੇ ਚੰਡੀਗੜ੍ਹ ਚਲਾਤਾ, ਇੱਕ ਆਮ ਵੀ ਇੱਕ ਪ੍ਰਧਾਨ ਮੰਤਰੀ ਨੇ ਕੱਲ੍ਹ ਜਿਹੜੀ ਗੱਲ ਕੀਤੀ ਹੈ ਕਿ ਪਰ ਅਸੀਂ ਚਾਹੇ ਤੁਰੰਤ ਨਹੀਂ ਲਾ ਰਹੇ, ਮਾਹੌਲ ਉੱਧਰ ਨੂੰ ਵੱਧ ਰਿਹਾ ਹੈ, ਇਸ ਲਈ ਕੋਆਪਰੇਟ ਕਰੋ ਜਾਂ ਬਾਕੀ ਚੀਜ਼ਾਂ ਕਰੋ। ਉਹ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਕਿ ਬਿਰਤਾਂਤ ਇਹੋ ਜਿਹਾ ਸਿਰਜਿਆ ਜਾ ਰਿਹਾ ਕਿ ਬਾਕੀ ਸਭ ਕੁਝ ਭੁੱਲ ਜਾਓ, ਜੀ, ਜਾਨ ਹੈ ਤਾਂ ਜਹਾਨ ਹੈ। ਇੱਕ ਸੱਦਾ ਦਿੱਤਾ ਜਾ ਰਿਹਾ ਕਿ ਜੇ ਮੌਤ ਤੋਂ ਖੌਫ ਖਾਓ ਅਤੇ ਉਸ ਖੌਫ ਦੇ ਵਿੱਚ ਤੁਸੀਂ ਸਰਕਾਰ ਦੀਆਂ ਨਲਾਇਕੀਆਂ, ਸਰਕਾਰ 'ਤੇ ਸਵਾਲ ਕਰਨਾ, ਸਰਕਾਰ ਖਿਲਾਫ ਅੰਦੋਲਨ ਕਰਨਾ, ਜਾਂ ਤੁਸੀਂ ਵਿਵਹਾਰ ਐਸਾ ਬਣਾ ਲਓ ਕਿ ਤੁਹਾਨੂੰ ਅੰਦੋਲਨ ਕਰਨ ਦੀ ਲੋੜ ਨਹੀਂ, ਤੁਹਾਡੀ ਹਰ ਸਮੱਸਿਆ ਦਾ ਹੱਲ ਸਰਕਾਰ ਕਰੇਗੀ, ਤੁਹਾਡੇ ਨਾਲ ਬੈਠੇਗੀ। ਆਨਲਾਈਨ ਵੀ ਜੋ ਤੁਸੀਂ ਦੱਸੋਗੇ, ਅਰਜੀ ਲਿਖੋਗੇ, ਗੱਲ ਕਰੋਗੇ, ਉਹ ਵੀ ਅਸੀਂ ਕਰ ਦਾਂਗੇ। ਜੀ, ਜਾਂ ਤਾਂ ਇਸ ਕਿਸਮ ਦਾ ਵਿਵਹਾਰ ਤੁਹਾਡਾ ਸਾਹਮਣੇ ਆਉਂਦਾ ਹੋਵੇ ਲੋਕਾਂ ਦੇ, ਤਾਂ ਤੁਹਾਡੀ ਗੱਲ ਮੰਨ ਲੈਣ। ਤੁਸੀਂ ਤਾਂ ਇੰਨੇ ਮਹੀਨਿਆਂ ਤੋਂ, ਜਦੋਂ ਕਰੋਨਾ ਦਾ ਦੌਰ ਵੀ ਘਟ ਗਿਆ ਸੀ, ਬਾਕੀ ਚੀਜ਼ਾਂ ਸੀ, ਉਦੋਂ ਵੀ ਸੁਣਨ ਲਈ ਤਿਆਰ ਨਹੀਂ ਹੋ। ਤਾਂ ਇੱਕ ਟਕਰਾਅ ਦਾ ਮਾਹੌਲ ਹੈ। ਜੇ ਗੌਰਮੈਂਟ ਨੇ ਇਸ ਪਾਸੇ ਲਿਆ, ਐਡੇ ਵੱਡੇ ਅੰਦੋਲਨ ਨਾਲ ਟਕਰਾਅ ਜਬਰੀ ਟਰਾਈ ਕੀਤੀ, ਤਾਂ ਇਹ ਅੰਦੋਲਨ ਓਡਾ ਛੋਟਾ ਨਹੀਂ ਹੈ। ਕਿਉਂਕਿ ਇਸ ਅੰਦੋਲਨ ਦੇ ਵਿੱਚ ਇਹ ਹੈ ਕਿ ਹੁਣ ਹਾੜੀ ਦਾ ਸੀਜ਼ਨ ਆਇਆ ਸੀ, ਜਿਹਦੇ ਕਰਕੇ ਥੋੜ੍ਹਾ ਜਿਹਾ ਫਰਕ ਬੰਦਿਆਂ ਦਾ ਪਿਆ। ਹਾੜੀ ਸਾਹਮਣੇ ਸੀ, ਪਰ ਜ਼ਿਆਦਾਤਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਕੰਮ ਮੁੱਕ ਗਿਆ। ਅਗਲੇ ਹਫ਼ਤੇ 'ਚ ਲਗਭਗ ਕੰਪਲੀਟ ਕੰਮ ਮੁੱਕ ਜਾਣਾ। ਲੋਕ ਫਿਰ ਉੱਥੇ ਜਾ ਕੇ ਇਕੱਠੇ ਹੋਣੇ, ਉਸ ਲੈਵਲ 'ਤੇ ਖੜ੍ਹੇ ਹੋ ਜਾਣਗੇ। ਔਰ ਜਿੰਨੇ ਪਹਿਲਾਂ ਵਾਲੀਆਂ ਚੀਜ਼ਾਂ, ਚਾਹੇ ਉਹ 26 ਜਨਵਰੀ ਦਾ ਸਵਾਲ ਸੀ, ਚਾਹੇ ਬੀਜੇਪੀ ਦੇ ਕੁਝ ਬੰਦਿਆਂ ਨੇ ਆ ਕੇ, ਚਾਹੇ ਗਾਜੀਪੁਰ, ਚਾਹੇ ਉਹ ਸਿੰਘੂ ਬਾਰਡਰ 'ਤੇ ਟਰਾਈ ਕੀਤੀ ਅੰਦੋਲਨ ਨੂੰ ਹਟਾਉਣ ਦੀ, ਔਰ ਉਹ ਬਾਉਂਸ ਬੈਕ ਹੋਇਆ। ਉਲਟਾ, ਸਗੋਂ ਉਹਦਾ ਉਲਟਾ ਅਸਰ ਹੋਇਆ। ਔਰ ਲੱਗਦਾ ਇਹ ਹੈ ਕਿ ਇਹਦਾ ਵੀ ਉਲਟਾ ਅਸਰ ਹੋਏਗਾ ਜਦੋਂ ਤੱਕ ਟੋਟਲ ਲੜਨ ਵਾਲੀ ਧਿਰ ਇਹ ਮਹਿਸੂਸ ਕਰਦੀ ਹੈ ਕਿ ਇੱਥੋਂ ਉੱਠਣਾ
ਸਾਡੇ ਲਈ ਆਰ-ਪਾਰ ਦੀ ਲੜਾਈ ਹੈ, ਇਹ ਇੱਥੋਂ ਉੱਠਣਾ ਬੜਾ ਮੁਸ਼ਕਲ ਕੰਮ ਹੈ। ਬਿਨਾਂ ਕਿਸੇ ਗੱਲ ਤੋਂ ਵਾਪਸ ਜਾਣਾ ਸੌਖਾ ਨਹੀਂ ਹੈ। ਜਦੋਂ ਇਸ ਪੱਧਰ ਦਾ ਮਾਨਸਿਕਤਾ ਹੁੰਦੀ ਹੈ ਕਿਸੇ ਅੰਦੋਲਨ ਦੀ, ਤਾਂ ਉਹ ਬਹੁਤ ਹੀ ਆਮ ਤਰੀਕੇ ਦੇ ਨਾਲ ਤੁਸੀਂ ਉਹਨੂੰ ਉਠਾ ਨਹੀਂ ਸਕਦੇ, ਜਾਂ ਕੇਵਲ ਇੱਕ ਵਰਤਾਂਤ ਸਿਰਜ ਕੇ ਉਹਨੂੰ ਇਹ ਕਹੋ ਕਿ ਇਹਨੂੰ ਐਂ ਹੀ ਮਿਟਾ ਦਿੱਤਾ ਜਾਏਗਾ। ਉਹ ਨਹੀਂ। ਜੇ ਕਿਸੇ ਬਹੁਤ ਖਲਾਸ ਹਾਲਾਤ ਦੇ ਸਰਕਾਰ ਸਖਤੀ ਵਰਤ ਕੇ ਕੁਝ ਕਰ ਵੀ, ਤਾਂ ਹਾਲਾਤ ਹੋਰ ਜ਼ਿਆਦਾ ਖਰਾਬ ਹੋਣ ਦੀ ਸੰਭਾਵਨਾ ਹੈ। ਹਾਲਾਤ ਕੋਈ ਜ਼ਿਆਦਾ ਸੁਧਰਨਗੇ ਨਹੀਂ। ਇਹ ਪੀਸਫੁਲ ਅੰਦੋਲਨ ਹੈ, ਸ਼ਾਂਤਮਈ ਅੰਦੋਲਨ ਹੈ, ਔਰ ਸਾਰੇ ਅੰਦੋਲਨ ਨੇ ਇਹ ਸ਼ੁਰੂ ਤੋਂ ਪਰਨ ਕੀਤਾ ਕਿ ਪਹਿਲਾਂ ਵੀ ਰਿਹਾ, ਅੱਜ ਵੀ ਹੈ, ਤੇ ਭਵਿੱਖ ਦੇ ਵਿੱਚ ਵੀ ਪੀਸਫੁਲ ਰਹੂਗਾ। ਔਰ ਜੇ ਮਤਲਬ ਉਸ ਲੈਵਲ ਦੀ ਜ਼ਬਰਦਸਤੀ ਹੁੰਦੀ ਹੈ, ਤਾਂ ਅੰਦੋਲਨਕਾਰੀਆਂ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੇ ਸਿਰ ਬਣ ਜਾਂਦੀ ਹੈ ਕਿ ਤੁਸੀਂ ਉਹਨੂੰ ਉਹ ਕਰ ਰਹੇ ਹੋ। ਜੀ ਹਮੀਰ ਸਿੰਘ ਜੀ, ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਵੱਖ-ਵੱਖ ਸੂਬਿਆਂ ਦੀ ਸਰਕਾਰਾਂ ਵੱਖ-ਵੱਖ ਤਰ੍ਹਾਂ ਦੀ ਪਾਬੰਦੀਆਂ ਲਾ ਰਹੀਆਂ ਨੇ, ਤੇ ਜੇਕਰ ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਵੱਖ-ਵੱਖ ਮੰਤਰੀ ਵੀ ਜਿਹੜੇ ਹੈਗੇ ਆ ਕਈ ਤਰ੍ਹਾਂ ਦੀ ਅਪੀਲ ਕਰਦੇ ਨਜ਼ਰ ਆ ਰਹੇ ਨੇ। ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਵੀ ਕਿ ਤੁਸੀਂ ਮਨੁੱਖਤਾ ਦੇ ਆਧਾਰ 'ਤੇ ਜਿਹੜਾ ਹੈਗਾ ਇਹ ਕਿਸਾਨ ਅੰਦੋਲਨ ਨੂੰ ਵਾਪਸ ਲੈ ਲਓ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਕੁੰਭ ਮੇਲੇ ਨੂੰ ਲੈ ਕੇ ਸੰਤ ਸਮਾਜ ਦੇ ਆਗੂਆਂ ਨੂੰ ਅਪੀਲ ਕਰਦੇ ਦਿਖਾਈ ਦਿੰਦੇ ਨੇ ਵੀ ਕਿ ਕੁੰਭ ਨੂੰ ਜਿਹੜਾ ਹੈਗਾ ਪ੍ਰਤੀਕ ਦੇ ਤੌਰ 'ਤੇ ਜਿਹੜਾ ਹੈਗਾ ਮਨਾਉਣਾ ਚਾਹੀਦਾ। ਅਤੇ ਗ੍ਰਹਿ ਮੰਤਰੀ ਤਾਂ ਇਹ ਗੱਲ ਕਹਿ ਰਹੇ ਨੇ ਵੀ ਕਿ ਚੋਣ ਪ੍ਰਚਾਰ ਜਿੱਥੇ ਜਿੱਥੇ ਵੀ ਚੱਲ ਰਿਹਾ ਉੱਥੇ ਕਰੋਨਾ ਦੇ ਕੇਸਾਂ ਦੀ ਗਿਣਤੀ ਬਹੁਤੀ ਵੱਧ ਨਹੀਂ ਹੈ, ਵੀ ਕਿ ਸਰਕਾਰ ਇਸ ਤਰ੍ਹਾਂ ਦੀ ਅਪੀਲਾਂ ਤਾਂ ਬਹੁਤ ਕਰ ਰਹੀ ਹੈ ਪਰ ਕਿਸਾਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਹੈ, ਕਿਸਾਨਾਂ ਦੀ ਗੱਲਾਂ ਮੰਨਣ ਲਈ ਕੋਈ ਤਿਆਰ ਨਹੀਂ ਹੈ। ਤੁਸੀਂ ਇਸ ਤੋਂ ਕਿਵੇਂ ਦੇਖਦੇ ਹੋ? ਨਹੀਂ, ਉਹ ਠੀਕ ਗੱਲ ਹੈ ਕਿ ਜਦੋਂ ਤੁਸੀਂ ਅਪੀਲ ਕਰਦੇ ਹੋ, ਮੰਨ ਲਓ ਹਰਿਆਣੇ ਦੇ ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਮਨੁੱਖਤਾ ਦੇ ਨਾਂ 'ਤੇ, ਦੇਸ਼ ਦੇ ਨਾਂ 'ਤੇ, ਲੋਕਾਂ ਦੀ ਜਾਨ ਦੇ ਨਾਂ 'ਤੇ ਤੁਸੀਂ ਇੱਕ ਵਾਰ ਚਲੇ ਜਾਓ, ਜਿਹੜੇ ਬਖਰੇਵੇਂ ਨੇ ਬਾਅਦ ਦੇ ਵਿੱਚ ਦੇਖ ਲਾਂਗੇ। ਅਤੇ ਜੇ ਇੰਨੀ ਗੰਭੀਰਤਾ, ਤਾਂ ਜ਼ਿੰਮੇਵਾਰੀ ਜਿਹੜੇ ਮੇਨ ਜ਼ਿੰਮੇਵਾਰ ਲੋਕ ਨੇ ਉਹਨਾਂ ਵੱਲੋਂ ਆਉਣੀ ਚਾਹੀਦੀ ਹੈ। ਜੇ ਕਰੋਨਾ ਇੰਨਾ ਸੀਰੀਅਸ ਹੈ, ਜੇ ਕਰੋਨਾ ਤੁਹਾਡੀ ਜ਼ਿੰਦਗੀ ਦੇ ਨਾਲ ਇੰਨਾ ਜੁੜਿਆ ਹੋਇਆ ਕਿ ਜ਼ਿੰਦਗੀ 'ਚ ਮੌਤਾਂ ਐਡੇ ਵੱਡੇ ਪੱਧਰ 'ਤੇ ਹੋ ਰਹੀਆਂ ਨੇ, ਤਾਂ ਕਰੋਨਾ 'ਚ ਆਰਡੀਨੈਂਸ ਕਿਹਨੇ ਲਿਆਂਦਾ? ਇਹ ਨਵਾਂ ਪੰਗਾ ਲੈਣ ਦੀ ਲੋੜ ਕੀ ਸੀ? ਅਤੇ ਜੇ ਲੈ ਲਿਆ ਗਿਆ, ਉਦੋਂ ਤੁਸੀਂ ਗੰਭੀਰ ਨਹੀਂ ਸੀ, ਤੁਹਾਨੂੰ ਇੰਨਾ ਨਾ ਲੱਗਦਾ ਹੋਵੇ, ਤਾਂ ਅੱਜ ਵੀ ਉਹਨੂੰ ਵਾਪਸ ਲੈ ਸਕਦੇ ਹੋ। ਜ਼ਿੰਮੇਵਾਰੀ ਤੁਸੀਂ ਕਿਸੇ 'ਤੇ ਕਿਉਂ ਛੁੱਟ ਰਹੇ ਹੋ? ਪਹਿਲਾਂ ਜਿਹੜੀ ਤੁਹਾਡੇ 'ਤੇ ਜ਼ਿੰਮੇਵਾਰੀ ਹੈ ਉਹਨੂੰ ਪੂਰੀ ਕਰੋ, ਫਿਰ ਅਗਲਾ ਸਾਹਮਣੇ ਵਾਲਾ ਬੰਦਾ ਜ਼ਿੰਮੇਵਾਰੀ ਪੂਰੀ ਕਰੂਗਾ। ਜਿਹੜੇ ਬੰਦੇ ਜਿਹਨੂੰ ਕਹਿੰਦੇ ਨੇ ਕਿ ਉਹਨਾਂ ਵੱਡੀਆਂ ਕੁਰਸੀਆਂ 'ਤੇ ਬਿਰਾਜਮਾਨ ਹੁੰਦੇ ਨੇ, ਜਿਨ੍ਹਾਂ ਨੂੰ ਲੋਕ ਚੁਣ ਕੇ ਭੇਜਦੇ ਨੇ ਕਿ ਇਹ ਉਹ ਫੈਸਲੇ ਕਰਨਗੇ ਜਿਹੜੇ ਲੋਕਾਂ ਦੇ ਪੱਖ ਦੇ ਵਿੱਚ ਹੋਣਗੇ। ਜੇ ਸਾਰੀ ਕੇਂਦਰ ਨੂੰ, ਸੂਬਿਆਂ ਨੂੰ, ਸਿਆਸਤਦਾਨਾਂ ਨੂੰ, ਸਭ ਨੂੰ ਇਹ ਲੱਗ ਰਿਹਾ ਕਿ ਵਾਕਈ ਕਰੋਨਾ ਜ਼ਿੰਦਗੀ ਮੌਤ ਦਾ ਸਵਾਲ ਹੈ, ਤਾਂ ਉਹ ਸਾਰੇ ਟਕਰਾਵੇਂ ਫੈਸਲੇ ਵਾਪਸ ਕਰੋ। ਜਿਹੜੇ ਫੈਸਲੇ ਲੋਕਾਂ ਨੂੰ ਬਾਹਰ ਨਿਕਲਣ ਲਈ ਮਜਬੂਰ ਕਰ ਰਹੇ ਨੇ, ਐਜੀਟੇਸ਼ਨਾਂ ਕਰਨ ਲਈ ਮਜਬੂਰ ਕਰ ਰਹੇ ਨੇ, ਤੁਸੀਂ ਉਹ ਵਾਪਸ ਲੈ ਲਓਗੇ ਤੇ ਲੋਕ ਉੱਠ ਕੇ ਆ ਜਾਣਗੇ। ਜੀ ਬਿਲਕੁਲ, ਇੱਕ ਸਿੱਧੀ ਜੀ ਗੱਲ ਹੈ। ਤੁਸੀਂ ਕਹਿੰਦੇ ਹੋ ਕਿ ਅਸੀਂ ਤਾਂ ਉਵੇਂ ਹੀ ਕਰਾਂਗੇ, ਜੋ ਮਨਮਰਜ਼ੀ ਕਰਾਂਗੇ, ਚਾਹੇ ਉਹ ਗੈਰ ਸੰਵਿਧਾਨਕ ਦੀ ਗੱਲ ਹੋ ਰਹੀ ਹੋਵੇ, ਚਾਹੇ ਉਹ ਲੋਕਾਂ ਦੀ ਬੇਚੈਨੀ ਦੀ ਗੱਲ ਹੋ ਰਹੀ ਹੋਵੇ, ਚਾਹੇ ਲੋਕਾਂ ਨੂੰ ਬਿਲਕੁਲ ਨਾ ਭਾਉਂਦੀ ਹੋਵੇ, ਪਰ ਲੋਕਾਂ ਨੂੰ ਅਪੀਲਾਂ ਕਰੋਗੇ। ਉਸ ਅਪੀਲ ਦਾ ਕੋਈ ਤੰਤ ਨਹੀਂ ਹੁੰਦਾ, ਕਿਸੇ ਵੀ ਰੂਪ ਦੇ ਵਿੱਚ ਤੰਤ ਨਹੀਂ। ਇਹ ਉਹੋ ਜਿਹੇ ਸਵਾਲ ਹੈ ਜਿਵੇਂ ਇੱਕ ਕਹਾਣੀ ਪੰਜਾਬੀ 'ਚ ਆਮ ਸੁਣਾਉਂਦੇ ਨੇ ਕਿ ਕੋਈ ਬੀਬੀ ਚਲੀ ਗਈ ਮਤਲਬ ਸਾਧ ਕੋਲ ਲੈ ਕੇ ਆਪਣੇ ਮੁੰਡੇ ਨੂੰ ਕਿ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ, ਨਸ਼ਾ ਕਰਦਾ ਹੈ, ਇਹਨੂੰ ਹਟਾਇਆ ਜਾਏ, ਜਾਂ ਗੁੜ ਬਹੁਤ ਖਾਂਦਾ ਹੈ। ਖੈਰ ਉਹ ਗੁੜ ਨਾਲ ਜੋੜਤੀ ਗੱਲ, ਅਤੇ ਉਹ ਬਾਬਾ ਕਹਿੰਦਾ 2 ਵਾਰ 3 ਵਾਰ ਕਹੇਂਗਾ ਫੇਰ ਆਈ ਫੇਰ ਆਈ ਫੇਰ ਆਈ। ਅਤੇ ਜਦੋਂ ਉਹਨੂੰ ਕਿਹਾ ਵੀ ਹੁਣ, ਉਹ ਕਹਿੰਦਾ ਭਾਈ ਤੂੰ ਗੁੜ ਨਾ ਖਾਇਆ ਕਰ। ਉਹ ਕਹਿੰਦਾ ਜੀ ਇਹੀ ਗੱਲ ਤਾਂ ਇੰਨੀ ਕਹਿਣੀ ਸੀ ਤਾਂ ਪਹਿਲੇ ਦਿਨ ਕਹਿ ਦਿੰਦੇ। ਉਹ ਕਹਿੰਦਾ ਪਹਿਲਾਂ ਮੈਂ ਖਾਂਦਾ ਰਿਹਾ, ਪਹਿਲਾਂ ਮੈਂ ਆਪਣੇ ਆਪ 'ਤੇ ਸੋਚਿਆ ਕਿ ਮੈਂ ਇਹਨੂੰ ਲਾਗੂ ਕਰ ਸਕਦਾ ਜਾਂ ਨਹੀਂ, ਲਾਗੂ ਕਰਕੇ ਫਿਰ ਮੇਰੇ ਅਖਲਾਕੀ ਅਸਰ ਪਿਆ ਤਾਂ ਮੈਂ ਇਹਨੂੰ ਕਹਿਣ ਜੋਗਾ ਹੋਇਆ। ਇਸੇ ਲਈ ਜਿਹੜੇ ਸਾਡੇ ਸਿਆਸਤਦਾਨ ਨੇ ਕਹਿਣ ਜੋਗੇ ਤਾਂ ਹੋਣ ਘੱਟੋ ਘੱਟ ਕਿ ਤੁਸੀਂ ਇਹਦਾ ਵਾਕਈ ਡਰ ਮੰਨ ਰਹੇ ਹੋ, ਉਸ ਡਰ ਦੇ ਵਿੱਚੋਂ ਤੁਸੀਂ ਇਹ ਗੱਲ ਕਹਿ ਰਹੇ ਹੋ, ਮਤਲਬ ਤਾਂ ਲੋਕ ਉਸ ਨੂੰ ਮੰਨਣਗੇ। ਅਗਲੀ ਗੱਲ, ਇਹ ਨਵਾਂ ਇੱਕ ਦਲੀਲ ਹੈ। ਇਹ ਦਲੀਲ ਤਾਂ ਫਿਰ ਕਿਸਾਨਾਂ ਦੀ ਉਦੋਂ ਮਜ਼ਬੂਤ ਹੈ ਅਮਿਤ ਸ਼ਾਹ ਨਾਲੋਂ। ਅਮਿਤ ਸ਼ਾਹ ਨੇ ਇਹਦਾ ਜਵਾਬ ਦਿੱਤਾ ਹੈ ਕਿ ਜਦੋਂ ਇਹ ਕਹਿੰਦੇ ਨੇ ਕਿ ਤੁਸੀਂ ਐਡੀਆਂ ਐਡੀਆਂ ਸਿਆਸੀ ਰੈਲੀਆਂ ਕਰ ਰਹੇ ਹੋ ਚੋਣਾਂ ਦੇ ਵਿੱਚ, ਅਤੇ ਜੇ ਕਰੋਨਾ ਉਦੋਂ ਨਹੀਂ ਫੈਲਦਾ ਤਾਂ ਬਾਕੀ ਤਰੀਕੇ ਨਾਲ ਕਿਉਂ ਫੈਲਦਾ? ਉਹ ਕਹਿੰਦਾ ਕਿ ਉਹਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ। ਉਹ ਤੱਥ ਦਿੱਤੇ ਨੇ ਥੋੜ੍ਹੇ ਬਹੁਤ ਵੀ ਤੁਸੀਂ ਦੇਖੋ ਕਿ ਜਿੱਥੇ ਸਿਆਸੀ ਰੈਲੀਆਂ ਹੋਈਆਂ ਨੇ ਉੱਥੇ ਕਰੋਨਾ ਦੇ ਕੇਸ ਘੱਟ ਨੇ, ਮਹਾਰਾਸ਼ਟਰ 'ਚ ਤਾਂ ਚੋਣਾਂ ਨਹੀਂ ਹੈ, ਉੱਥੇ ਵੱਧ ਨੇ, ਬਾਕੀ ਚੀਜ਼ਾਂ ਨੇ। ਤਾਂ ਭਾਈ ਸਾਹਿਬ ਇਹ ਗੱਲ ਫਿਰ ਕਿਸਾਨਾਂ ਦੀ ਮੰਨ ਲਓ ਕਿ ਅਸੀਂ ਤਾਂ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਬੈਠੇ ਹਾਂ, ਅਸੀਂ ਤਾਂ ਮੌਤਾਂ ਐਡੀਆਂ ਹੋਈਆਂ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੌਤਾਂ, ਫਿਰ ਤਾਂ ਕਰੋਨਾ ਨਾਲ ਹੀ ਪਏ ਹੋਣੇ ਸੀ ਹਸਪਤਾਲਾਂ ਦੇ ਵਿੱਚ, ਉੱਥੋਂ ਕਿਸਾਨਾਂ ਨੇ ਹਸਪਤਾਲ ਭਰ ਦੇਣੇ ਸੀ। ਅਤੇ ਉਹ ਕਹਿੰਦੇ ਨੇ ਨਹੀਂ ਇਹ ਤੁਸੀਂ ਗਲਤ ਕਹਿ ਰਹੇ ਹੋ, ਸਾਡੇ ਨਾਲ ਨਹੀਂ ਇਹ ਫੈਲ ਰਿਹਾ। ਫਿਰ ਉਹਨਾਂ ਦੀ ਗੱਲ ਮੰਨ ਲਓ। ਤੁਹਾਡੇ ਵਾਲੀ ਦਲੀਲ ਤੋਂ ਤਾਂ ਵੱਡੀ ਦਲੀਲ ਹੈ ਉਹਨਾਂ ਦੀ, ਜੇਕਰ ਤੁਸੀਂ ਉਸ ਦਲੀਲ ਨਾਲ ਆਪਣੀ ਗੱਲ ਨੂੰ ਵਾਜਬ ਠਹਿਰਾਉਣ ਦੀ ਟਰਾਈ ਕਰਦੇ ਹੋ। ਅਤੇ ਅਗਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਕੈਟਾਗਰੀ ਕਰੀ ਇੱਕ ਇੱਕ ਗੱਲ ਨੂੰ ਧਿਆਨ ਦੇ ਵਿੱਚ ਲੈਂਦੇ ਹੋ। ਪਿਛਲੇ ਦਿਨਾਂ 'ਚ ਕੋਰਟ ਦਾ ਫੈਸਲਾ ਆਇਆ ਇੱਕ ਦਾ, ਅਦਾਲਤ ਦਾ, ਕਿ ਜਿਹੜੇ ਤਬਲੀਗੀ ਜਮਾਤ ਹੈ, ਉਹ ਤਬਲੀਗੀ ਜਮਾਤ ਦੇ ਵਿੱਚ ਉੱਥੇ ਦੇ SHO ਨੂੰ ਕਿਹਾ ਗਿਆ
ਕਿ ਉੱਥੇ ਇੰਨੇ ਤੋਂ ਵੱਧ ਬੰਦੇ ਨਹੀਂ ਹੋਣੇ ਚਾਹੀਦੇ। ਇਹ ਗਿਣਤੀ ਹੈ ਵੀ 50 ਬੰਦੇ ਤੋਂ ਵੱਧ 100 ਬੰਦੇ ਤੋਂ ਵੱਧ ਨਹੀਂ ਜਾਣੇ ਚਾਹੀਦੇ, ਤੁਹਾਡੀ ਜ਼ਿੰਮੇਵਾਰੀ ਹੈ ਜੀ। ਜੇ ਫੈਸਲਾ ਇਹ ਹੋਣਾ, ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਪੀਲ ਕੀਤੀ ਹੈ, ਮਹਾਮੰਡਲੇਸ਼ਵਰ ਨੂੰ ਮਿਲਿਆ ਵੀ, ਮਤਲਬ ਫੋਨ ਵੀ ਕੀਤਾ ਤੇ ਉਹ ਬਾਕੀ ਚੀਜ਼ਾਂ ਵੀ ਕੀਤੀਆਂ ਨੇ ਕਿ ਤੁਸੀਂ ਅਪੀਲ ਹੈ ਕਿ ਅੱਗੇ ਨੂੰ ਹੁਣ ਥੋੜ੍ਹੇ ਬੰਦੇ ਗੋਤਾ ਲਾ ਲਿਓ ਸ਼ਾਹੀ ਇਸ਼ਨਾਨ ਦੇ ਵਿੱਚ, ਬਾਕੀ ਰਹਿਣ ਜੀ। ਜਿਹੜੀ ਗੱਲ ਇੱਕ ਧਾਰਮਿਕ ਲੋਕ ਕਿਉਂ ਉਹ ਕਰ ਰਹੇ ਨੇ, ਜਾਂ ਤੁਸੀਂ ਸਾਰੀਆਂ ਧਾਰਮਿਕ ਗੈਦਰਿੰਗਾਂ ਤੇ ਰੋਕ ਲਾਓ ਜੀ, ਇੱਕ ਤੇ ਲਾਓ ਦੀ ਬਜਾਏ ਤੇ ਸਭ ਦੇ ਲਾਓ, ਉਹ ਸਭ 'ਚ ਸਭ ਆਉਣਗੇ। ਫਿਰ ਜਿਹੜੇ ਦੇਸ਼ 'ਚ ਰਹਿੰਦੇ, ਦੇਸ਼ 'ਚ ਕਾਨੂੰਨ ਇੱਕ ਹੋਣਾ ਚਾਹੀਦਾ। ਇੱਕ ਪਾਸੇ ਅਪੀਲ ਕਰਦੇ ਹੋ, ਦੂਜੇ ਪਾਸੇ ਸਖਤੀ ਡੰਡਾ ਜਾਂ ਕਾਨੂੰਨ ਲਾਗੂ ਕਰਨਾ, ਇਹਦੇ ਨਾਲ ਵੀ ਇਹ ਮਾਨਸਿਕਤਾ ਦੀ ਗੱਲ ਪੈਦਾ ਹੁੰਦੀ ਹੈ ਕਿ ਤੁਸੀਂ ਅਸਲ 'ਚ ਇੱਕੋ ਜਿਹਾ ਵਿਵਹਾਰ ਨਹੀਂ ਕਰ ਰਹੇ। ਇੱਕੋ ਜਿਹੇ ਵਿਵਹਾਰ ਦੇ ਵਾਸਤੇ ਜੇ ਦੇਸ਼ ਪੱਧਰ 'ਤੇ ਤੁਹਾਨੂੰ ਲੱਗਦਾ ਹੈ ਕਿ ਜੀ ਇੰਨੀਆਂ ਗੈਦਰਿੰਗਾਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਸਾਰੀਆਂ ਧਾਰਮਿਕ ਸਥਾਨਾਂ 'ਤੇ ਜਿਵੇਂ ਆਪੀ ਬਾਕੀ ਸਮਾਜਿਕ 'ਤੇ ਲਾਉਂਦੇ ਹੋ, ਤੁਸੀਂ ਕਹੋ ਵੀ ਨਹੀਂ ਜੀ ਇਹ ਹੋ ਸਕਦਾ ਜੀ, ਆਪੀ ਆਪਣਾ ਮੈਨੇਜ ਕਰੋ ਜਿਵੇਂ ਵੀ ਕਰਦੇ ਹੋ। ਤੇ ਹੁਣ ਉਹਨਾਂ ਨੇ ਸਗੋਂ ਇੱਥੋਂ ਤੱਕ ਕਹਿਤਾ ਕਿ ਜਿਹੜੇ ਸੰਤ ਸਮਾਜ ਦਾ ਜਿਹੜੇ ਉਸ ਦੀ ਸ਼ਾਹੀ ਇਸ਼ਨਾਨ ਦੀ ਅਗਵਾਈ ਕਰਨ ਵਾਲੇ ਨੇ ਕਿ 25 ਅਪ੍ਰੈਲ ਨੂੰ ਜਿਹੜਾ ਹੋਏਗਾ ਉਹਦੇ ਬਾਰੇ ਫੈਸਲਾ 24 ਅਪ੍ਰੈਲ ਨੂੰ ਲਵਾਂਗੇ ਕਿਵੇਂ ਕਰਨਾ ਜੀ। ਤੇ ਇਹ ਵੀ ਕੋਈ ਆਪਣੇ ਆਪ 'ਚ ਇਹਦਾ ਮਤਲਬ ਉਹ ਵੀ ਫੈਸਲਾ ਬਦਲ ਸਕਦੇ ਨੇ, ਆਪਣੇ ਤਰੀਕੇ ਨਾਲ ਕਹਿ ਸਕਦੇ ਨੇ ਕਿ ਅਸੀਂ ਤਾਂ ਇੰਨਾ ਹੀ ਲਵਾਂਗੇ ਜੀ। ਇਸ ਕਰਕੇ ਜਿਹੜੀ ਸਰਕਾਰੀ ਅਪਰੋਚ ਹੈ ਜਾਂ ਪ੍ਰਸ਼ਾਸਨਿਕ ਅਪਰੋਚ ਹੈ, ਉਹ ਅਪਰੋਚ ਤੋਂ ਬੇਲਾਗਤਾ, ਨਿਰਪੱਖਤਾ ਤੇ ਸਾਰੇ ਲੋਕਾਂ ਲਈ ਇੱਕ ਸਾਂਝੀ ਗੱਲ ਨਜ਼ਰ ਨਹੀਂ ਆ ਰਹੀ, ਜਿਹਦੇ ਕਰਕੇ ਲੋਕਾਂ ਨੂੰ ਉਹਦੇ ਤੇ ਭਰੋਸਾ ਨਹੀਂ ਹੋ ਰਿਹਾ ਕਿ ਵਾਕਈ ਵਾਜਬ ਗੱਲ ਹੈ ਉਸ ਪੱਧਰ ਦੇ ਉੱਤੇ। ਇਹਨੂੰ ਸੋਚਣਾ ਚਾਹੀਦਾ ਗੌਰਮੈਂਟ ਨੂੰ ਤੇ ਫੈਸਲਾ ਕਰਨ ਵਾਲੇ ਲੋਕਾਂ ਨੂੰ ਤੇ ਅਮਲ ਕਰਨ ਵਾਲਿਆਂ ਨੂੰ ਕਿ ਉਹ ਭਰੋਸਾ ਜੇ ਬਰਕਰਾਰ ਕਰਨਾ ਹੈ ਤਾਂ ਆਪਣਾ ਵਿਵਹਾਰ ਬਦਲਣਾ ਪਏਗਾ ਜੀ। ਹਮੀਰ ਜੀ, ਪੰਜਾਬ ਸਰਕਾਰ ਸਣੇ ਦੇਸ਼ ਦੀ ਜਿਹੜੀ ਹੈਗੀ ਕੇਂਦਰ ਸਰਕਾਰ ਕਹਿ ਰਹੀ ਹੈ ਵੀ ਕਿ ਕਰੋਨਾ ਮਹਾਮਾਰੀ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਜੇਕਰ ਗੱਲ ਕਰੀਏ, ਹਾੜੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਕਿਸਾਨ ਜਿਹੜੇ ਆਪਣੀ ਕਣਕ ਨੂੰ ਲੈ ਕੇ ਮੰਡੀਆਂ ਵਿੱਚ ਪਹੁੰਚੇ ਹੋਏ ਨੇ, ਪਰ ਉਹਨਾਂ ਦੀ ਫਸਲ ਜਿਹੜੀ ਹੈ ਵਿਕ ਨਹੀਂ ਰਹੀ ਹੈ। ਉੱਥੇ ਕਿਸਾਨਾਂ ਨੂੰ ਕਈ ਦਿਨ ਹਾਲੇ ਵੀ ਜਿਹੜਾ ਹੈਗਾ ਵੇਟ ਕਰਨੀ ਪੈ ਰਹੀ ਹੈ, ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਨਾ ਪੈ ਰਿਹਾ, ਪਰ ਉਹਨਾਂ ਦੀ ਫਸਲਾਂ ਵਿਕ ਨਹੀਂ ਰਹੀਆਂ। ਜੇਕਰ ਕਰੋਨਾ ਇੰਨਾ ਹੀ ਤੇਜ਼ੀ ਨਾਲ ਫੈਲ ਰਿਹਾ ਤਾਂ ਸਰਕਾਰ ਉਹਨਾਂ ਦੀ ਫਸਲ ਜਿਹੜਾ ਹੈ ਛੇਤੀ ਖਰੀਦਣ ਦੇ ਪ੍ਰਬੰਧ ਕਿਉਂ ਨਹੀਂ ਕਰ ਰਹੀ? ਉਹਨਾਂ ਨੂੰ ਫਿਰ ਵੀ ਜਿਹੜਾ ਹੈਗਾ ਮੰਡੀਆਂ ਵਿੱਚ ਖੱਜਲ ਖੁਆਰ ਕਿਉਂ ਹੋਣਾ ਪੈ ਰਿਹਾ? ਤੁਸੀਂ ਇਹ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਵੀ ਕਿ ਮੰਡੀਆਂ ਵਿੱਚ ਕਿਸ ਤਰ੍ਹਾਂ ਜਿਹੜੇ ਪ੍ਰਬੰਧ ਚੱਲ ਰਹੇ ਨੇ, ਕਿਵੇਂ ਦੇ ਮਤਲਬ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ? ਇਹਦੇ 'ਚ ਸਵਾਲ ਇਹੀ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਇੱਕ ਮਹਾਮਾਰੀ ਨਾਲ ਅਸੀਂ ਸਿਰਜਣਾ ਹੈ ਜੀ, ਉਦੋਂ ਸਾਰੇ ਇੱਕ ਸੁਰ ਹੋਣੇ ਚਾਹੀਦੇ ਨੇ, ਸਟੇਟ ਗਵਰਨਮੈਂਟ, ਕੇਂਦਰ ਗਵਰਨਮੈਂਟ, ਲੋਕ। ਜੀ। ਤੁਸੀਂ ਬਹੁਤ ਛੋਟੀਆਂ ਗੱਲਾਂ ਤੇ ਆਪਣੀ ਲੱਤ ਉੱਪਰ ਰੱਖਣ ਦੇ ਲਈ ਪਹਿਲਾਂ ਪੰਗਾ ਪਾ ਕੇ ਰੱਖਿਆ ਕੇਂਦਰ ਵਰਸਜ ਪੰਜਾਬ ਜੀ ਸਰਕਾਰ। ਬਿਲਕੁਲ। ਤੁਸੀਂ ਇਹ ਕਰਕੇ ਰੱਖਿਆ ਕਿ ਅਸੀਂ ਤਾਂ ਸਿੱਧੀ ਅਦਾਇਗੀ ਕਰਨੀ ਹੈ। ਜੇ ਇਸ ਮਾਹੌਲ ਦੇ ਵਿੱਚ ਜੇ ਹੁਣ ਤੱਕ ਨਹੀਂ ਉਸ ਲੈਵਲ ਦੀ, ਉਹ ਇੱਕ ਸੀਜ਼ਨ ਹੋਰ ਲੰਘ ਜਾਂਦੀ, ਕੀ ਪਹਾੜ ਡਿੱਗਦਾ ਸੀ। ਤੁਸੀਂ ਲਾਸਟ ਮੂਮੈਂਟ ਤੱਕ ਇਹ ਕਿਹਾ, ਸੂਬਾ ਸਰਕਾਰ ਤੇ ਹੱਥ ਖੜੇ ਕਰਾਏ ਤੇ ਸੂਬਾ ਸਰਕਾਰ ਨੇ ਹਥਿਆਰ ਸੁੱਟਤੇ, ਆਪਸ 'ਚ ਲੜਦੇ ਰਹੇ। 1 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ ਖਰੀਦ, ਸੂਬਾ ਸਰਕਾਰ ਨੇ ਚੱਕ ਕੇ 10 ਅਪ੍ਰੈਲ ਕਰਤੀ ਕਿ ਅਜੇ ਕੇਂਦਰ ਨਾਲ ਵੀ ਉਹ ਚੱਲਦਾ, ਹਜੇ ਇਹ ਵੀ ਆਊਗਾ, ਪਤਾ ਨਹੀਂ। ਕੀ ਤੁਹਾਡੇ ਕੋਲ ਕੋਈ ਇਹੋ ਜਿਹਾ ਭਵਿੱਖਬਾਣੀ ਸੀ ਕਿ ਉਹ 1 ਅਪ੍ਰੈਲ ਤੋਂ ਨਹੀਂ 10 ਅਪ੍ਰੈਲ ਤੋਂ ਕਰੋਨਾ ਹਟ ਜਾਊਗਾ? ਜਾਂ ਤੁਸੀਂ ਉਹ ਬੰਦੋਬਸਤ ਕਿਉਂ ਨਹੀਂ ਕੀਤਾ, ਬਲਕਿ ਹੌਲੀ ਸ਼ੁਰੂ ਤੋਂ ਕਰਦੇ, ਥੋੜਾ ਆਉਂਦੀ ਸਗੋਂ ਜ਼ਿਆਦਾ ਸੌਖਾ ਸੀਗਾ ਉਹਨੂੰ ਖਰੀਦਣਾ। ਫਿਰ ਜੇਕਰ ਤੁਸੀਂ ਇਹ ਸਮਝਦੇ ਹੋ ਕਿ ਕਰੋਨਾ ਹੈ ਤੇ ਇੰਨਾ ਮਾਮਲਾ ਹੈ, ਫਿਰ ਤਾਂ ਬਾਰਦਾਨੇ ਦੀ ਕਮੀ ਕਿਉਂ ਹੈ? ਇਦੋਂ ਪਹਿਲਾਂ ਇਹਦੀ ਕਮੀ ਪੂਰੀ ਕਰਨੀ ਚਾਹੀਦੀ ਸੀ ਕਿ ਇਹ ਤਾਂ ਸਗੋਂ ਸ਼ੁਰੂ ਤੋਂ ਰੱਖੋ ਤਾਂ ਕਿ ਮੌਕਾ ਨਾ ਮਿਲੇ, ਨਾਲ ਦੀ ਨਾਲ ਭਰਾਈ ਹੁੰਦੀ ਰਹੇ, ਨਾਲ ਦੀ ਨਾਲ ਚਕਾਈ ਹੁੰਦੀ ਰਹੇ। ਉਹਦਾ ਪ੍ਰਬੰਧ ਕਿਉਂ ਨਹੀਂ ਕੀਤਾ? ਤੇ ਉਸ ਪ੍ਰਬੰਧ ਲਈ ਜ਼ਿੰਮੇਵਾਰ ਕੌਣ ਹੈ? ਤੇ ਹੁਣ ਇਦੋਂ ਬਾਅਦ ਤੁਸੀਂ ਜਦੋਂ ਸਿੱਧੇ ਕਰਾ ਲਈ, ਤੁਸੀਂ 8-9 ਤਰੀਕ ਨੂੰ ਮੰਨੇ ਹੋ ਕਿ ਸਿੱਧੀ ਦੇਵਾਂਗੇ, ਹੁਣ ਉਹ ਖਾਤੇ ਕਿਵੇਂ ਚੜ੍ਹਨੇ ਨੇ, ਸੌਫਟਵੇਅਰ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ, ਕਿਵੇਂ ਆਧਾਰ ਕਾਰਡ ਕਿਵੇਂ ਬਾਕੀ ਜੋੜਨੇ ਨੇ, ਉੱਥੇ ਮਾਮਲਾ ਖੜਾ ਹੋਇਆ ਜੀ। ਤੁਸੀਂ ਸਾਰੇ ਪੰਗੇ ਉਹਦੇ 'ਚ ਆਪ ਪਾ ਰਹੇ ਹੋ, ਸਰਕਾਰੀ ਤੰਤਰ ਪਾ ਰਿਹਾ। ਸਰਕਾਰੀ ਤੰਤਰ ਪਾ ਰਿਹਾ ਤਾਂ ਗੰਭੀਰ ਕਿਵੇਂ ਹੈ ਸਰਕਾਰੀ ਤੰਤਰ ਇਹਨਾਂ ਸਮੱਸਿਆਵਾਂ ਨਾਲ ਲੱਗਣ? 10-10 ਦਿਨ ਹੋ ਗਏ ਬਹੁਤ ਸਾਰੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬੈਠੇ ਜੀ। ਜੇ ਉਹ ਇਕੱਠੇ ਆਪਦੀ ਢੇਰੀ ਨੂੰ ਛੱਡ ਕੇ ਉਹ ਕਿੱਥੇ ਜਾਣ? ਜੇ ਉਹਨਾਂ ਦੀ ਢੇਰੀ ਪਈ ਹੋਈ ਆ, ਉਹਦੀ ਜ਼ਿੰਮੇਵਾਰੀ ਕੌਣ ਲੈਂਦਾ? ਕੱਲ੍ਹ ਨੂੰ ਉੱਥੇ ਚੋਰੀ ਹੋ ਜੇ, ਕੱਲ੍ਹ ਨੂੰ ਉੱਥੇ ਕੁਝ ਵੀ ਉਹਦਾ ਸਮਾਨ ਚੱਕ ਲੇ, ਤਾਂ ਸਾਰਾ ਕੁਝ ਹੀ ਉੱਥੇ ਬੈਠਣ ਲਈ ਮਜਬੂਰ ਉਹਨਾਂ ਨੂੰ ਕਰ ਰਹੇ ਹੋ। ਫਿਰ ਉੱਥੇ ਤੁਸੀਂ ਇਲਜ਼ਾਮ ਲਾ ਦੋਗੇ ਤੇ ਤੂੰ ਕਰੋਨਾ ਵਧਾ ਰਹੇ ਆ, ਤੇਰਾ ਆਹ ਚੀਜ਼ ਹੋ ਰਹੀ ਹੈ। ਔਰ 10-10 ਦਿਨ ਉਹਨਾਂ ਨੂੰ ਮੱਛਰ ਖਾ ਰਿਹਾ, ਮੱਛਰ ਖਾ ਕੇ ਹੋਰ ਬਿਮਾਰੀਆਂ ਵੀ ਮਤਲਬ ਲੱਗਣਗੀਆਂ ਜਿਹੜੀਆਂ ਵੀ ਨੇ, ਮਲੇਰੀਆ ਹੋ ਸਕਦਾ, ਬਾਕੀ ਚੀਜ਼ਾਂ ਹੋ ਸਕਦੀਆਂ ਨੇ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਸਿਸਟਮ ਸੀ ਪ੍ਰਬੰਧ ਦਾ, ਪ੍ਰਬੰਧ ਦੀ ਜ਼ਿੰਮੇਵਾਰੀ ਤਾਂ ਕਿਸਾਨ ਦੀ ਨਹੀਂ ਹੈ ਨਾ, ਪ੍ਰਬੰਧ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਸਰਕਾਰਾਂ ਇਹਦੇ 'ਚ ਫਲਾਪ ਨੇ, ਅਸਫਲ ਸਿੱਧ ਹੋ ਰਹੀਆਂ ਨੇ, ਔਰ ਇਸ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸੇ ਜ਼ਿਆਦਾ ਸੋਚਣ ਦਾ ਸਵਾਲ ਹੈ, ਕਿਸਾਨੀ ਨੂੰ ਹੋਰ ਪਰੇਸ਼ਾਨ ਕਰਨ ਦੀ ਬਜਾਏ। ਜੀ ਹਮੀਰ ਜੀ, ਜਿਵੇਂ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੋ, ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਜਿਹੜੀ ਹੈ ਫਲੋਪ ਸਾਬਤ ਹੋ ਰਹੀਆਂ ਨੇ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਕਿ ਸਰਕਾਰਾਂ ਵੱਲੋਂ
ਲਾਈਆਂ ਗਈਆਂ ਪਾਬੰਦੀਆਂ ਬਾਰੇ ਵੀ ਕਿ ਉਸ ਨਾਲ ਸਮਾਜ 'ਚ ਬੇਕਾਰੀ ਫੈਲ ਰਹੀ ਹੈ, ਲੋਕਾਂ ਦੇ ਵਪਾਰ ਖਤਮ ਹੋ ਰਹੇ ਨੇ, ਰੁਜ਼ਗਾਰ ਖੋਇਆ ਜਾ ਰਿਹਾ ਜਿਹੜਾ ਵੀ ਕਿ ਉਸ ਵੱਲ ਪਰ ਕੋਈ ਵੀ ਸਰਕਾਰ ਨਾ ਸੋਚਣ ਲਈ ਤੇ ਮਜਬੂਰ ਹੋ ਰਹੀ ਹੈ, ਨਾ ਕੋਈ ਧਿਆਨ ਦੇ ਰਿਹਾ। ਅਸੀਂ ਜਾਣਨਾ ਚਾਹਾਂਗੇ ਜਿਵੇਂ ਸਰਕਾਰਾਂ ਇਹ ਹਫ਼ਤਾਵਾਰੀ ਲੋਕਡਾਊਨ ਲਾ ਰਹੀਆਂ, ਰਾਤ ਦੇ ਕਰਫਿਊ ਲਾ ਰਹੀਆਂ, ਇਹਦੇ ਨਾਲ ਰੁਜ਼ਗਾਰ ਜਿਹੜਾ ਹੈ ਬਹੁਤ ਪ੍ਰਭਾਵਿਤ ਹੋ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖੋਗੇ? ਬਿਲਕੁਲ, ਇਹ ਤਾਂ ਡਾਟਾ ਹੈ ਬੜੇ ਲੰਮੇ ਸਮੇਂ ਤੋਂ, ਪਿਛਲੇ ਸਾਲ ਦਾ ਹੀ ਹੋ ਗਿਆ, ਹੁਣ ਤਾਂ ਸਾਲ ਹੋ ਗਿਆ ਜੀ। ਕਿ ਜੇਕਰ ਇਸੇ ਤਰ੍ਹਾਂ ਤਾਲਾਬੰਦੀਆਂ ਹੁੰਦੀਆਂ ਨੇ ਜਾਂ ਇਸੇ ਤਰ੍ਹਾਂ ਪਾਬੰਦੀਆਂ ਲੱਗਦੀਆਂ ਨੇ ਤਾਂ ਉਹਦੇ ਨਾਲ ਕਾਰੋਬਾਰਾਂ 'ਤੇ ਤਾਂ ਅਸਰ ਪੈ ਹੀ ਰਿਹਾ, ਕਾਰੋਬਾਰ ਠੱਪ ਵੀ ਹੋ ਰਹੇ ਨੇ। ਜਦੋਂ ਕਾਰੋਬਾਰ ਬੰਦ ਹੁੰਦਾ ਇੱਕ ਤਾਂ ਉਹਦੇ ਨਾਲ ਕਿੰਨੇ ਹੀ ਮਜ਼ਦੂਰ, ਕਿੰਨੇ ਹੀ ਹੋਰ ਲੋਕ ਜੁੜੇ ਹੁੰਦੇ ਨੇ। ਔਰ ਜਦੋਂ ਇਸ ਪੱਧਰ ਦੇ ਉੱਤੇ ਤੁਸੀਂ ਲਾਕਡਾਊਨ 'ਤੇ ਆ ਜਾਂਦੇ ਹੋ, ਖਾਸ ਤੌਰ 'ਤੇ ਐਡੀਆਂ ਸਖਤ ਪਾਬੰਦੀਆਂ ਜਿਵੇਂ ਵੀਕਐਂਡ 'ਤੇ ਹੁਣ ਵੀ ਆ ਗਏ ਨੇ, ਚੰਡੀਗੜ੍ਹ 'ਚ ਲੱਗ ਗਿਆ, ਦਿੱਲੀ 'ਚ ਲੱਗ ਗਿਆ, ਕਈ ਥਾਵਾਂ 'ਤੇ ਹੋਰ ਤੁਸੀਂ ਲਾਤਾ, ਦੋਨੋਂ ਥਾਵਾਂ 'ਤੇ, ਤਾਂ ਜਿੰਨਾ ਵਪਾਰੀ ਹੈ ਉਹ ਸਾਰਾ ਵਪਾਰੀ ਰੋ ਰਿਹਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੇ ਤੋਂ ਤਾਂ ਦੁਕਾਨਾਂ ਦੇ, ਸ਼ੋਅਰੂਮਾਂ ਦੇ ਕਿਰਾਏ ਨਹੀਂ ਦਿੱਤੇ ਜਾ ਰਹੇ, ਜਾਂ ਜਿਹੜੀਆਂ ਚੀਜ਼ਾਂ ਤੁਸੀਂ ਬੰਦ ਕਰਤੀਆਂ ਤੇ ਉੱਥੇ ਬੰਦੇ ਕਿਵੇਂ, ਜਿਹੜੇ ਬੰਦਿਆਂ ਨੂੰ ਉਹਨਾਂ ਨੇ ਤਨਖਾਹਾਂ ਦੇਣੀਆਂ ਨੇ ਉਹ ਉਹਨਾਂ ਨੂੰ ਹਟਾ ਦਿੰਦੇ ਨੇ ਜਾਂ ਉਹਨਾਂ ਨੂੰ ਅੱਧੀਆਂ ਕਰ ਦਿੰਦੇ ਨੇ। ਜਦੋਂ ਇੱਕ ਵਾਰ ਹਟਿਆ, ਮੁੜ ਕੇ ਕੰਮ ਕਦੋਂ ਤਾਬ ਆਊਗਾ ਤੇ ਉਦੋਂ ਕਦੋਂ ਬੰਦੇ ਨੂੰ ਨੌਕਰੀ ਮਿਲੂਗੀ, ਕਦੋਂ ਨਹੀਂ ਮਿਲੇਗੀ, ਇਹ ਉਹਦੇ 'ਤੇ ਡਿਪੈਂਡ ਕਰਦਾ। ਇਸੇ ਕਰਕੇ ਇਸੇ ਤਾਲਾਬੰਦੀ ਦੇ ਜਿਹੜਾ ਬਿਰਤਾਂਤ ਹੈ ਕਿ ਸਿਰਜਿਆ, ਪ੍ਰਵਾਸੀ ਮਜ਼ਦੂਰ ਜਿਹੜੇ ਪਹਿਲਾਂ ਆਪਣੇ ਪੈਰਾਂ 'ਤੇ ਚੱਲ ਕੇ ਗਏ ਐਡੀ ਵੱਡੀ ਦੂਰ ਡਰ ਤੇ ਸਹਿਮ ਦੇ ਮਾਹੌਲ 'ਚ, ਹੁਣ ਉਹ ਆ ਗਏ ਸੀ ਵਿੱਚ ਦੀ ਥੋੜ੍ਹੇ ਬਹੁਤ, ਉਹਨਾਂ 'ਚੋਂ ਇੱਕ ਹਿੱਸਾ ਆ ਗਿਆ ਸੀ, ਮੁੜ ਕੇ ਪੰਜਾਬ 'ਚ ਵੀ ਆ ਗਿਆ, ਮਹਾਰਾਸ਼ਟਰ 'ਚ ਵੀ, ਸਾਰੇ ਕਿਤੇ। ਹੁਣ ਇਸ ਡਰ 'ਚੋਂ ਮੁੜ ਕੇ ਫਿਰ ਵਾਪਸ ਜਾਣ ਲੱਗ ਗਏ ਨੇ। ਤਾਂ ਉਹਨਾਂ ਲਈ ਜ਼ਿੰਦਗੀ ਦੇ ਵਿੱਚ ਜੇ ਭੁੱਖੇ ਹੀ ਮਰ ਜਾਣਾ ਹੈ ਤਾਂ ਉਹਨਾਂ ਨੂੰ ਕਰੋਨਾ ਕੀ ਕਹਿੰਦਾ? ਉਹ ਕਹਿੰਦਾ ਕਰੋਨਾ ਨਾਲੋਂ ਤਾਂ ਜ਼ਿਆਦਾ ਜੇ ਭੁੱਖ ਮਰ ਰਿਹਾ ਤੁਸੀਂ ਦੱਸੋ ਕੀ ਕਰੋਗੇ? ਇਸ ਲਈ ਸਰਕਾਰਾਂ ਕੋਈ ਬੈਲੈਂਸਿੰਗ, ਸੰਤੁਲਿਤ ਅਪਰੋਚ ਬਣਾਉਂਦੀਆਂ ਹੁੰਦੀਆਂ ਨੇ ਕਿ ਅਸੀਂ ਆਹ ਲਾਕਡਾਊਨ ਲਾ ਰਹੇ ਹਾਂ, ਆਹ ਪਾਬੰਦੀ ਲਾ ਰਹੇ ਹਾਂ, ਇਹਦੇ ਨਾਲ ਇੰਨੇ ਮਜ਼ਦੂਰਾਂ ਦਾ ਆਹ ਸੰਕਟ ਪੈਦਾ ਹੋ ਰਹੂਗਾ, ਉਹਦਾ ਇਲਾਜ ਦੇ ਤੌਰ 'ਤੇ, ਉਹਦੇ ਹੱਲ ਦੇ ਤੌਰ 'ਤੇ ਅਸੀਂ ਉਹਨਾਂ ਨੂੰ ਇੰਨੇ ਪੈਸੇ ਦੇਵਾਂਗੇ, ਖਾਤੇ 'ਚ ਪਾਵਾਂਗੇ, ਖਾਣ ਲਈ ਆ ਰੋਟੀ ਦੇਵਾਂਗੇ। ਬਾਕੀ ਐਦੂ ਤਾਂ ਚੰਗਾ ਸੀ ਕਿ ਪਹਿਲਾਂ ਘੱਟੋ ਘੱਟ ਸ਼ੁਰੂਆਤ 'ਚ ਚਾਹੇ ਮਾੜਾ ਮੋਟਾ ਜਾਂ ਇੱਕ ਐਲਾਨ ਤਾਂ ਹੋ ਰਿਹਾ ਸੀ ਨਾ ਕਿ ਅਸੀਂ ਮੁਫਤ ਦਾ ਖਾਣਾ ਦੇਵਾਂਗੇ, ਅਸੀਂ ਇੰਨੇ ਪੈਸੇ ਪਾ ਦਾਂਗੇ ਉਹਨਾਂ ਦੇ ਖਾਤੇ 'ਚ, ਪਏ ਨੇ ਨਹੀਂ ਪਏ ਇਹ ਵੀ ਅਜੇ ਮਤਲਬ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸ਼ੋਸ਼ੇਬਾਜ਼ੀ ਹੈ ਕਿ ਉਹਦੇ 'ਚੋਂ ਰੋਟੀ ਖਾ ਰਹੇ ਨੇ ਕਿ ਨਹੀਂ ਖਾ ਰਹੇ। ਤੁਸੀਂ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਬੇਕਾਰ ਕਰਕੇ ਕਰੋਨਾ ਠੀਕ ਨਹੀਂ ਕਰ ਸਕਦੇ। ਔਰ ਕਰੋਨਾ ਠੀਕ ਕਰਨ ਦੇ ਲਈ, ਉਹਨਾਂ ਦੀ ਰੋਜੀ ਰੋਟੀ ਨਾਲ ਚੱਲਣ ਦੇ ਲਈ, ਉਹਨਾਂ ਦਾ ਸਹਿਯੋਗ ਹਾਸਲ ਕਰਨ ਦੇ ਲਈ, ਉਹਨਾਂ ਦੀ ਜਿਹੜੀ ਰੁਜ਼ਗਾਰ ਹੈ ਉਹ ਕਾਇਮ ਰੱਖਣਾ ਬਹੁਤ ਜ਼ਰੂਰੀ ਚੀਜ਼ ਹੈ। ਇਸ ਪਾਸੇ ਵੱਲੋਂ ਅਜੇ ਵਿਚਾਰ ਕਾ ਚਰਚਾ ਵੀ ਬੰਦ ਹੈ, ਫੈਸਲਿਆਂ 'ਚ ਵੀ ਬੰਦ ਹੈ, ਸਿਆਸੀ ਤੌਰ 'ਤੇ ਵੀ ਬੰਦ ਹੈ ਅਤੇ ਸਮਾਜਿਕ ਸਰੋਕਾਰਾਂ ਦੇ ਤੌਰ 'ਤੇ ਵੀ ਬੰਦ ਹੈ। ਇਹ ਸਭ ਤੋਂ ਬੜਾ ਸਵਾਲ ਹੈ। ਦੁਨੀਆ ਪੱਧਰ ਦੇ ਸਰਵੇ ਇਹ ਕਹਿ ਰਹੇ ਨੇ ਕਿ ਥੋੜ੍ਹੇ ਸਮੇਂ 'ਚ, ਇਦੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ 1 ਸਾਲ ਤੋਂ ਬਾਅਦ ਲੋਕ ਕਰੋਨਾ ਨਾਲ ਉਨੇ ਨਹੀਂ ਮਰਨੇ ਜਿੰਨੇ ਭੁੱਖ ਨਾਲ ਮਰਨੇ ਸ਼ੁਰੂ ਹੋ ਜਾਣਗੇ। ਔਰ ਉਹ ਬਹੁਤ ਵੱਡਾ ਸੰਕਟ ਹੈ। ਉਸ ਸੰਕਟ ਦਾ ਵੀ ਇਲਾਜ ਸੋਚੇ ਤੋਂ ਬਿਨਾਂ ਕੱਲੀਆਂ ਪਾਬੰਦੀਆਂ ਦਾ ਜਿਹੜਾ ਕੰਮ ਹੈ ਇਹ ਮਨੁੱਖਤਾ ਨੂੰ ਹੋਰ ਜ਼ਿਆਦਾ ਤੰਗ ਕਰੂਗਾ। ਹੋਰ ਕੁਝ ਖਾਸ ਵਰਗ ਦੇ ਫਾਇਦੇ 'ਚ ਤਾਂ ਹੋ ਸਕਦਾ, ਜਿਹੜੇ ਬੰਦੇ ਜਿਨ੍ਹਾਂ ਕੋਲ ਰੋਜੀ ਰੋਟੀ ਦੀ ਪ੍ਰੋਬਲਮ ਨਹੀਂ, ਜਿਨ੍ਹਾਂ ਨੂੰ ਬਾਕੀ ਹੈ, ਪਰ ਵੱਡੇ ਤਬਕੇ ਨੂੰ ਇਹ ਨਿਰਾਸ਼ ਕਰੂਗਾ ਅਤੇ ਵੱਡੇ ਤਬਕੇ ਲਈ ਸੰਕਟ ਹੋਰ ਪੈਦਾ ਕਰੂਗਾ। ਇਸ ਪਾਸੇ ਉਨੇ ਹੀ ਸੰਜੀਦਾ ਹੋਣ ਦੀ ਲੋੜ ਹੈ, ਬੜੇ ਸੀਰੀਅਸ ਰੂਪ ਦੇ ਵਿੱਚ ਸੋਚਣ ਦੀ ਲੋੜ ਹੈ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।